ਜਿਹੜਾ ਨਵਾਂ ਓਮਿਕਰੋਨ ਆਇਆ ਆ ਉਹ ਇੱਕਦਮ ਜ਼ਿਆਦਾ ਹੀ ਫੈਲ ਰਿਹਾ ਆ। ਆਪਾਂ ਫੇਰ ਪਾਬੰਦੀਆਂ ਲਾਉਣੀਆਂ ਪਈਆਂ ਜਿਹੜੀਆਂ ਸੋਚੀਆਂ ਨਹੀਂ ਸੀਗੀਆਂ। ਡਾਕਟਰ ਬੋਨੀ ਹੈਨਰੀ ਨੇ ਵੀ ਇਹੀ ਕਿਹਾ ਕਿ ਲੋਕ ਕਹਿ ਰਹੇ ਨੇ ਕਿ ਤੁਸੀਂ ਓਵਰ ਰਿਐਕਟ ਕਰ ਰਹੇ ਹੋ। ਉਹ ਕਹਿੰਦੇ ਕਿ ਅਸੀਂ ਓਵਰ ਰਿਐਕਟ ਨਹੀਂ ਕਰ ਰਹੇ, ਅਸੀਂ ਲੋਕਾਂ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਡਾਕਟਰ ਹੈਗੇ ਆ ਜਿਸ ਤਰੀਕੇ ਨਾਲ ਉਹਨਾਂ ਦੇ ਲਾਇਆ ਗਿਆ ਕਰਨਾ ਆ, ਐਸਾ ਮਾਹੌਲ ਬਣਾਇਆ ਆ ਵੀ ਬੱਚਿਆਂ ਨੂੰ ਬੜਾ ਡਰ ਨਾ ਲੱਗੇ। ਤੁਸੀਂ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ, ਸੁਰੱਖਿਅਤ ਨਹੀਂ ਸਮਝਦੇ ਜੀ ਫਿਰ ਤੁਹਾਡੇ ਕੋਲ ਪੂਰਾ ਹੱਕ ਹੈਗਾ ਆ ਕਾਨੂੰਨੀ ਵੀ ਤੁਸੀਂ ਇਨਕਾਰ ਕੰਮ ਕਰ ਸਕਦੇ ਆ। ਬੱਚੇ ਜੇ ਘਰਾਂ ਦੇ ਵਿੱਚ ਰਹਿੰਦੇ ਆ ਤਾਂ ਮੈਂਟਲ ਹੈਲਥ ਇਸ਼ੂ ਆ, ਬਾਹਰ ਜਾਂਦੇ ਆ ਜੇ ਸਕੂਲਾਂ ਦੇ ਵਿੱਚ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਕੋਵਿਡ ਹੋ ਸਕਦਾ। ਪਰ ਫਿਰ ਵੀ ਆਊਟਬ੍ਰੇਕ ਜਿਹੜੀਆਂ ਨੇ ਜ਼ਿਆਦਾ ਉਹ ਸਕੂਲਾਂ ਦੇ ਵਿੱਚ ਉਦੋਂ ਹੀ ਆਉਂਦੀਆਂ ਜੇ ਸੋਸ਼ਲੀ ਉਹ ਗੈਦਰਿੰਗ ਕਰਦੇ ਨੇ। ਲੋਕ ਜਿਹੜੇ ਕਹਿ ਦਿੰਦੇ ਆ ਨਹੀਂ ਸਕੂਲਾਂ ਦੇ ਵਿੱਚ ਹੀ ਫੈਲਦਾ ਹੈ, ਪਰ ਅਸੀਂ ਉਦੋਂ ਨਹੀਂ ਸੋਚੀਦਾ ਜਦੋਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਵੱਡੀਆਂ ਪਾਰਟੀਆਂ ਨੂੰ ਕਰਨ ਨੂੰ ਤੁਰ ਪਈਦਾ ਹੈ। ਮੈਜੋਰਿਟੀ ਆਫ ਪੈਰੈਂਟਸ ਤਾਂ ਇਹੀ ਕਹਿੰਦੇ ਆ ਵੀ ਜਿਹੜਾ ਫਰਕ ਅਸੀਂ ਆਪਣੇ ਬੱਚੇ ਵਿੱਚ ਦੇਖਿਆ ਹੈ ਜਦੋਂ ਸਕੂਲ 'ਚ ਨਹੀਂ ਜਾਂਦੇ ਸੀਗੇ ਵੀ ਅਸੀਂ ਵਾਜਵੇ ਦੇ ਪਛਾਣ ਵੀ ਨਹੀਂ ਸਕਦੇ ਸਾਡਾ ਉਹੋ ਹੀ ਬੱਚਾ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਐਮਐਲਏ ਜਿਨੀ ਸਿਮਸ ਦੇ ਨਾਲ। BC ਦੇ ਹਾਲਾਤਾਂ ਦੇ ਬਾਰੇ ਅੱਜ ਗੱਲਬਾਤ ਕੀਤੀ ਜਾਣੀ ਹੈ ਕਿਉਂਕਿ 20 ਤਰੀਕ ਤੋਂ ਜਿਮ ਦੁਆਰਾ ਓਪਨ ਹੋ ਰਹੇ ਨੇ, ਪਰ ਰੈਸਟ੍ਰਿਕਸ਼ਨ ਜਿਹੜੀਆਂ ਨੇ ਉਹ 16 ਫਰਵਰੀ ਤੱਕ ਵਧਾਈਆਂ ਗਈਆਂ ਨੇ। ਹੁਣ ਹਾਲਾਤ ਕੀ ਬਣੇ ਹੋਏ ਨੇ, ਬਿਜ਼ਨੈਸਿਸ ਦੀ ਸਪੋਰਟ ਕਹਿੰਦੇ ਡਬਲ ਕੀਤੀ ਜਾ ਰਹੀ ਹੈ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਨਾਲ ਸਕੂਲਸ ਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕਿਉਂਕਿ ਸਕੂਲ ਬਹੁਤ ਸਾਰੇ ਜਿਹੜੇ ਨੇ ਉਹ ਬੰਦ ਹੋ ਰਹੇ ਨੇ। ਬਹੁਤ ਸਾਰੇ ਟੀਚਰ ਇੰਟੀਰੀਅਰ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਕਿਉਂਕਿ ਬੱਚੇ ਜਿਹੜੇ ਨੇ ਉਹ ਮਾਸਕ ਨਹੀਂ ਪਾ ਰਹੇ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਸਕੂਲਾਂ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ ਕਿਉਂਕਿ ਟੀਚਰ ਤਾਂ ਨਹੀਂ ਪਰ ਇੱਕ ਟੀਚਰ ਰਹੇ ਨੇ, ਟੀਚਰ ਯੂਨੀਅਨ ਦੇ ਪ੍ਰਧਾਨ ਰਹੇ ਨੇ। ਇਹ ਕੀ ਸੋਚਦੇ ਨੇ ਇਸ ਬਾਰੇ ਗੱਲ ਕਰਾਂਗੇ। ਸਰਕਾਰ ਕੀ ਸੋਚਦੀ ਹੈ ਇਸ ਬਾਰੇ ਗੱਲ ਕਰਾਂਗੇ। ਤੇ ਨਾਲ ਹਾਈਵੇਜ਼ ਦੀ ਸਿਚੁਏਸ਼ਨ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਣੀ ਹੈ ਕਿਉਂਕਿ ਐਮਰਜੈਂਸੀ ਜਿਹੜੀ ਹੈ ਉਹ ਹੁਣ ਹਟ ਗਈ ਹੈ ਸੂਬੇ ਦੇ ਵਿੱਚ, ਜਿਹੜੀ ਫਲੱਡ ਕਰਕੇ ਲੱਗੀ ਹੋਈ ਸੀ। ਤੇ ਹੁਣ ਉਸ ਤੋਂ ਬਾਅਦ ਸਰਕਾਰ ਕੀ ਕਰ ਰਹੀ ਹੈ, ਕਿਸਾਨਾਂ ਲਈ ਕੀ ਕੁਝ ਕੀਤਾ ਜਾ ਰਿਹਾ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਆਓ ਫਿਰ ਸਵਾਗਤ ਕਰ ਲੈਂਦੇ ਹਾਂ ਐਮਐਲਏ ਜਿਨੀ ਸਿਮਸ ਦਾ। ਜਿਨੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਕਿਵੇਂ ਹੋ ਜੀ, ਕੀ ਹਾਲ ਚਾਲ? 2022 ਦੇ ਵਿੱਚ ਸਾਡੀ ਪਹਿਲੀ ਜਿਹੜੀ ਇੰਟਰਵਿਊ ਹੋ ਰਹੀ ਹੈ, ਕੀ ਵਿਜ਼ਨ ਹੈ ਜੀ ਤੁਹਾਡਾ ਤੇ ਸਰਕਾਰ ਦਾ? ਦੇਖੋ, ਬਹੁਤ ਕੁਝ ਸੋਚਿਆ ਸੀਗਾ ਵੀ ਜਦੋਂ ਨਵਾਂ ਸਾਲ ਸ਼ੁਰੂ ਹੋਊਗਾ ਜਿਹੜਾ ਕੋਵਿਡ ਹੋਊਗਾ ਉਹਦੀ ਖਤਮ ਹੋ ਜਾਊਗੀ, ਪਰ ਆਪਾਂ ਨੂੰ ਪਤਾ ਵੀ ਪਿਛਲੇ ਸਾਲ ਵਿੱਚ ਆਪਾਂ ਬਹੁਤ ਹੀ ਚੈਲੰਜਸ ਸਹੀਆਂ ਆ। ਇੱਕ ਕੋਵਿਡ ਹੁਣ 2 ਸਾਲ ਹੋ ਗਏ, ਇਟ ਬੀਨ ਅ ਲੌਂਗ ਟਾਈਮ। ਲੋਕ ਅੱਕ ਵੀ ਗਏ ਆ, ਮੈਂਟਲ ਹੈਲਥ ਇਸ਼ੂਜ਼ ਵੀ ਹੋ ਰਹੇ ਆ, ਡਰੱਗ ਐਂਡ ਐਲਕੋਹਲ ਇਸ਼ੂਜ਼ ਵੀ ਹੋ ਰਹੇ ਆ। ਉਸ ਕਾਰਨ ਲੋਕਾਂ ਦੀ ਬਿਜ਼ਨੈਸਿਸ ਤੇ ਬਹੁਤ ਅਸਰ ਪਿਆ ਆ, ਪਰ ਮੈਂਟਲ ਹੈਲਥ ਹੈਜ਼ ਬੀਨ ਦ ਬਿਗੇਸਟ ਇਸ਼ੂ। ਤੇ ਜਿਹੜਾ ਨਵਾਂ ਓਮਿਕਰੋਨ ਆਇਆ ਆ ਉਹ ਇੱਕਦਮ ਜ਼ਿਆਦਾ ਹੀ ਫੈਲ ਰਿਹਾ ਆ। ਆਪਾਂ ਫੇਰ ਪਾਬੰਦੀਆਂ ਲਾਉਣੀਆਂ ਪਈਆਂ ਜਿਹੜੀਆਂ ਸੋਚੀਆਂ ਨਹੀਂ ਸੀਗੀਆਂ। ਪਰ ਇੱਕ ਖੁਸ਼ੀ ਦੀ ਵੀ ਗੱਲ ਹੈਗੀ ਆ, ਲੋਕਾਂ ਨੇ 2 ਟੀਕੇ ਵੀ ਲਵਾਏ ਆ। ਸਰੀ ਪੈਨੋਰਾਮਾ ਦੇ ਵਿੱਚ 96% ਨੇ ਡਬਲ ਵੈਕਸੀਨੇਟਡ ਹੈਗੇ ਆ, ਪਰ ਜਿਹੜਾ ਬੂਸਟਰ ਸ਼ਾਟ ਆ ਉਹ ਸਿਰਫ 40% ਨੇ ਲਵਾਇਆ। ਸਾਰਿਆਂ ਦੇ ਮੋਰੇ ਬੇਨਤੀ ਕਰਦੀ ਆ, ਅਪਾਇੰਟਮੈਂਟਸ ਮਿਲ ਰਹੇ ਨੇ, ਤੁਸੀਂ ਵੀ ਜੇ ਤੁਹਾਨੂੰ ਮੈਸੇਜ ਆਈ ਆ ਆਪਣਾ ਅਪਾਇੰਟਮੈਂਟ ਬਣਾਵੋ ਐਂਡ ਗੋ ਐਂਡ ਗੈਟ ਯੋਰ ਬੂਸਟਰ ਸ਼ਾਟ। ਕਿਉਂਕਿ ਇਹ ਨਹੀਂ ਵੀ ਇਹ ਤੁਹਾਨੂੰ ਗਾਰੰਟੀ ਕਰ ਦਊਗੀ ਵੈਕਸੀਨ ਦੇ ਮਗਰੋਂ ਤੁਹਾਨੂੰ ਨਹੀਂ ਹੋਊਗਾ ਕੋਵਿਡ, ਪਰ ਇਹ ਆਪਾਂ ਨੂੰ ਜ਼ਰੂਰ ਪਤਾ ਆ ਜੇ ਤੁਹਾਡੀ ਵੈਕਸੀਨ ਲੱਗੀ ਆ ਜਿਹੜਾ ਤੁਹਾਡੇ ਅਸਰ ਆ, ਜਿਸ ਗਹਿਰਾਈ ਨਾਲ ਤੁਹਾਨੂੰ ਬਿਮਾਰੀ ਹੋਊਗੀ ਉਹ ਬਹੁਤ ਕਮ ਹੈਗੀ ਆ। ਤੇ ਜਿਹੜੇ ਹਸਪਤਾਲ ਵਿੱਚ ICU ਵਿੱਚ ਹੈਗੇ ਆ ਮੈਜੋਰਿਟੀ ਹਾਲੇ ਵੀ ਉਹੋ ਹੀ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, who are not fully vaccinated। ਹੁਣ ਬੱਚਿਆਂ ਲਈ ਵੀ ਵੈਕਸੀਨ ਖੁੱਲ ਗਈ ਆ ਜਿਹੜੇ 5 to 11 years old ਆ। ਮੇਰੀ great granddaughter ਨੇ ਵੀ ਵੈਕਸੀਨ ਇਸ ਹਫ਼ਤੇ ਲਵਾ ਲੈਣੀ ਆ। ਸੋ ਇਟਸ all very good ਐਂਡ ਮੈਂ ਸਾਰਿਆਂ ਨੂੰ ਕਹੂੰਗੀ ਵੀ ਇਹ ਜਿਹੜੀ ਵੈਕਸੀਨ ਹੈਗੀ ਆ ਬੱਚਿਆਂ ਲਈ it is safe, it's pediatrically approved ਐਂਡ ਜਿਹੜੇ ਡਾਕਟਰ ਹੈਗੇ ਆ ਜਿਸ ਤਰੀਕੇ ਨਾਲ ਉਹਨਾਂ ਦੇ ਲਾਇਆ ਗਿਆ ਕਰਨਾ ਆ, ਐਸਾ ਮਾਹੌਲ ਬਣਾਇਆ ਆ ਵੀ ਬੱਚਿਆਂ ਨੂੰ ਬੜਾ ਡਰ ਨਾ ਲੱਗੇ। ਸੋ ਆਪ ਵੀ ਪਹਿਲਾਂ ਬੱਚਿਆਂ ਨਾਲ ਗੱਲਬਾਤ ਕਰੋ, ਪਿਆਰ ਨਾਲ ਉਹਨਾਂ ਨੂੰ ਸਮਝਾਵੋ। ਪਰ ਫਿਰ ਵੀ ਬਹੁਤ ਕੁਝ ਹੋ ਰਿਹਾ ਆ, ਫਿਰ ਵੀ ਹਾਲੇ ਫੋਕਸ ਪੈਂਡੈਮਿਕ ਤੇ ਹੀ ਹੈ। ਵਿੱਚੇ ਆਪਣੇ ਕੋਲ ਫਲੱਡਸ ਆ ਗਏ ਪਿਛਲੇ ਸਾਲ, ਉਹਦਾ ਵੀ ਹਾਲੇ ਇੰਪੈਕਟ ਰਹਿਣਾ ਆ ਕਿਉਂਕਿ ਬੇਸ਼ੱਕ ਦੀ ਅੱਜ ਖੋਕੀ ਆਲਾ ਫ੍ਰੀਵੇ ਆਮ ਲੋਕਾਂ ਲਈ ਖੁੱਲ ਗਈ ਆ, ਪਰ ਫਿਰ ਵੀ ਜਿਸ ਤਰ੍ਹਾਂ ਮਿਨਿਸਟਰ ਨੇ ਕਿਹਾ ਆ ਇਟਸ ਨਾਟ ਦ ਸੇਮ ਖੋਕੀ ਹਾਲਾ, ਰਾਈਟ? ਇਟਸ ਸਟਿਲ ਨਾਟ
100%. ਬਿਲਕੁਲ। So people have to drive carefully, still only travel if you have to, because ਆਹ ਦਿਨ travel ਕਰਨ ਵਾਲੇ ਹੈ ਨਹੀਂਗੇ। ਪਰ ਵਾਜੇ ਵੇਲੇ ਮੈਂ ਸੋਚਦੀ ਜਿਸ ਤਰੀਕੇ ਦੇ ਨਾਲ ਲੋਕ ਇਸ ਵਕਤ ਇੰਡੀਆ ਨੂੰ ਜਾ ਰਹੇ ਆ ਨਾ, ਵੀ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਤੇ ਜਾਂ ਇੰਨਾ ਡੈਸਪਰੇਟ ਹੈਗੇ ਆ ਵਾਪਸ ਜਾਣ ਨੂੰ, ਉਹ ਕਹਿੰਦੇ ਚਲੋ ਜੋ ਕੁਛ ਹੋਊਗਾ ਹੋ ਜਾਣਾ ਆ, ਪਰ ਹਾਲੇ ਵੀ ਪਰਹੇਜ਼ ਜ਼ਰੂਰ ਰੱਖੋ। only essential travel outside of the province. ਬਿਲਕੁਲ, ਕੱਲ ਡਾਕਟਰ ਬੋਨੀ ਹੈਨਰੀ ਨੇ ਵੀ ਇਹੀ ਕਿਹਾ ਕਿ ਲੋਕ ਕਹਿ ਰਹੇ ਨੇ ਕਿ ਤੁਸੀਂ ਓਵਰ ਰਿਐਕਟ ਕਰ ਰਹੇ ਹੋ। ਉਹ ਕਹਿੰਦੇ ਕਿ ਅਸੀਂ ਓਵਰ ਰਿਐਕਟ ਨਹੀਂ ਕਰ ਰਹੇ, ਅਸੀਂ ਲੋਕਾਂ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਦੋਂ ਤੇ ਇਹ ਪਾਬੰਦੀਆਂ ਲੱਗੀਆਂ ਨੇ, ਅਸੀਂ ਪਿਛਲੇ ਦਸੰਬਰ ਤੋਂ ਦੇਖ ਰਹੇ ਹਾਂ ਕਿ ਇਹ ਪਾਬੰਦੀਆਂ ਲੱਗੀਆਂ ਹੋਈਆਂ ਨੇ, ਤੇ ਇਸੇ ਕਰਕੇ ਕੋਈ ਵੀ ਡੈਥ ਜਿਹੜੀ ਆ ਕੱਲ ਰਿਪੋਰਟ ਨਹੀਂ ਕੀਤੀ ਗਈ। ਸੋ ਉਹਦਾ ਇੰਪੈਕਟ, ਜਿਹੜੀਆਂ ਪਾਬੰਦੀਆਂ ਅੱਜ ਲੱਗੀਆਂ ਉਹਦਾ ਇੰਪੈਕਟ ਅੱਜ ਨਹੀਂ, ਅੱਜ ਤੋਂ 15 ਦਿਨਾਂ ਬਾਅਦ ਦੇਖਣ ਨੂੰ ਮਿਲਣਾ ਹੈ, ਕਿਉਂਕਿ 15 ਦਿਨਾਂ ਦਾ ਜਿਹੜਾ ਪੀਰੀਅਡ ਹੈ ਇਸ ਦੇ ਵਿੱਚ ਹੀ ਪਤਾ ਲੱਗਦਾ ਕਿ ਕਿੰਨਾ ਕੁ ਇੰਪੈਕਟ ਹੈ ਕੋਵਿਡ ਨੇ ਜਾਂ ਨਵੇਂ ਵੇਰੀਐਂਟ ਨੇ ਪਾਇਆ ਹੈ। ਪਰ ਹੁਣ ਇਸ ਵਿਚਕਾਰ ਜਦੋਂ ਸਕੂਲਾਂ ਦੀ ਗੱਲ ਆਉਂਦੀ ਹੈ, ਜਿਨੀ ਜਦੋਂ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਜ਼ਿਆਦਾ ਟੀਚਰਸ ਨੂੰ ਸਮਝ ਸਕਦੇ ਹੋ। ਹੁਣ ਬਹੁਤ ਸਾਰੇ ਟੀਚਰ ਵੀ ਜਾਣ ਤੋਂ ਇਨਕਾਰ ਕਰ ਰਹੇ ਨੇ, ਕੀ ਕਹੋਗੇ? ਦੇਖੋ, ਜਿਹੜੇ ਟੀਚਰ ਨਹੀਂ ਜਾਂਦੇ ਟੀਚਿੰਗ ਕਰਨ ਨੂੰ, ਉਹ ਬਿਮਾਰ ਆ। ਅਸੀਂ ਬਾਕੀ ਸਾਰੇ ਕੰਮ ਕਰਨ ਵਾਲਿਆਂ ਨੂੰ ਕਹੀਦਾ ਵੀ ਜੇ ਤੁਹਾਡੀ ਸਿਹਤ ਨਹੀਂ ਠੀਕ, ਤੁਹਾਡੇ ਕੋਲ ਆ ਸਿੰਪਟਮਸ ਹੈਗੇ ਆ, ਸਟੇ ਐਟ ਹੋਮ, ਸੈਲਫ ਆਈਸੋਲੇਟ। ਉਹ ਵੀ ਹੋਣਾ ਆ, ਕਿਉਂਕਿ ਟੀਚਰਸ ਨੇ ਜਾ ਕੇ ਸਕੂਲ ਦੇ ਵਿੱਚ, ਜਿਹੜੇ ਐਲੀਮੈਂਟਰੀ ਟੀਚਰਸ ਆ ਉਹ 30 ਬੱਚਿਆਂ ਨੂੰ ਮਿਲਦੇ ਆ ਕਲਾਸਰੂਮ ਦੇ ਵਿੱਚ, ਪਰ ਜਿਹੜੇ ਹਾਈ ਸਕੂਲ ਟੀਚਰਸ ਆ ਉਹ ਜੇ ਦਿਨ ਦੇ ਵਿੱਚ 4 ਪੀਰੀਅਡਸ ਆ, 4 times 30 is 120। ਉਹ ਤੁਸੀਂ ਦੇਖੋ ਹਰੇਕ ਬੱਚੇ ਨੇ ਕਿੰਨਿਆਂ ਨੂੰ ਮਿਲਣਾ, ਘਰ ਵੀ ਜਾਣਾ, ਸਾਰੇ ਹੈਗੇ ਆ। ਸੋ ਜਿਹੜੇ ਕਹਿੰਦੇ ਆ ਆਪਰੇਸ਼ਨਲ ਸ਼ਟਡਾਊਨਸ ਤਾਂ ਸਕੂਲ ਤੇ ਹੋਣੇ ਹੀ ਆ ਜਦੋਂ ਟੀਚਰਸ ਨੂੰ ਫੈਲ ਗਿਆ ਤੇ ਉਹਦਾ ਅਸਰ ਪੈ ਗਿਆ। ਤੇ ਇੱਕ ਹੋਰ ਵੀ ਗੱਲ ਹੈਗੀ ਆ, ਜੇ ਤੁਸੀਂ ਕੰਮ ਤੇ ਜਾਣਾ ਆ, ਤੁਸੀਂ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ, ਸੁਰੱਖਿਅਤ ਨਹੀਂ ਸਮਝਦੇ, ਫਿਰ ਤੁਹਾਡੇ ਕੋਲ ਪੂਰਾ ਹੱਕ ਹੈਗਾ ਆ ਕਾਨੂੰਨੀ ਵੀ ਤੁਸੀਂ ਇਨਕਾਰ ਕੰਮ ਕਰ ਸਕਦੇ ਆ ਉਸ ਜਗ੍ਹਾ ਜਾਣ ਨੂੰ। ਸੇਫਟੀ ਰੂਲਸ ਕਹਿੰਦੇ ਆ ਇਹਨਾਂ ਨੂੰ। ਦੇਖੋ, ਇੰਟੀਰੀਅਰ ਦੇ ਵਿੱਚ ਗੱਲ ਉਗਲੀ ਆ, ਜਿੱਥੇ ਟੀਚਰ ਕਹਿੰਦੇ ਵੀ ਅਸੀਂ ਨਹੀਂ ਸਕੂਲ ਨੂੰ ਜਾਣਾ ਕਰਕੇ ਬੱਚੇ ਮਾਸਕ ਪਹਿਨਦੇ ਨੇ। ਬਿਲਕੁਲ, ਨਾ ਪੇਰੈਂਟਸ ਉਹਨਾਂ ਨੂੰ ਫੋਰਸ ਕਰਦੇ ਆ, ਨਾ ਉਹ ਆਪ ਪਹਿਨਦੇ ਆ। ਇਹਦੇ ਵਿੱਚ ਕਈਆਂ ਨੂੰ ਦੁੱਖ ਵੀ ਲੱਗਾ ਹੋਊਗਾ, ਪਰ ਆਪਾਂ ਆਪਣੇ ਆਪ ਨੂੰ ਟੀਚਰਾਂ ਦੇ ਥਾਂ ਰੱਖ ਕੇ ਸੋਚੀਏ। ਟੀਚਰਸ ਵੀ ਸਾਰੇ ਹੈਲਥੀ ਹੈ ਨਹੀਂ, ਸਾਰੇ 20 ਸਾਲਾਂ ਦੇ ਹੈ ਨਹੀਂ। ਟੀਚਰਸ, a lot of them are a lot older, they have health issues as well. ਸੋ ਉਹ ਕਿਉਂ ਜਾਣ ਉਸ ਜਗ੍ਹਾ ਦੇ ਵਿੱਚ ਜਿੱਥੇ ਮਾਸਕਸ ਮੈਂਡੇਟਰੀ ਹੈਗੇ ਆ, ਪਰ ਉਹਨਾਂ ਨੂੰ ਮੋਰੇ ਕੋਈ ਪਾਉਂਦਾ ਨਹੀਂਗਾ ਹੈਗਾ। ਸੋ ਆਈ ਅੰਡਰਸਟੈਂਡ ਟੀਚਰਸ ਫੀਅਰਸ, ਪਰ ਮੈਂ ਇਹ ਵੀ ਜਾਣਦੀ ਹਾਂ ਜਿਸ ਤਰੀਕੇ ਦੇ ਨਾਲ ਟੀਚਰਾਂ ਨੇ ਆਪਣੀ ਲਾਈਫ ਖਤਰੇ ਦੇ ਵਿੱਚ ਪਾ ਕੇ ਵੀ ਬਿਨਾਂ ਪਰਵਾਹ ਤੋਂ ਸਕੂਲਾਂ ਦੇ ਵਿੱਚ ਕੰਮ ਕੀਤਾ ਹੈ ਪਿਛਲੇ 2 ਸਾਲਾਂ ਦੇ ਵਿੱਚ, ਸਾਡੇ ਬੱਚਿਆਂ ਨੂੰ ਸੰਭਾਲਣ ਦਾ, ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ। ਜੀ ਬਿਲਕੁਲ। ਤੇ ਨਾਲ ਨਾਲ ਹੁਣ ਜਦੋਂ ਗੱਲ ਆਉਂਦੀ ਹੈ ਮੈਂਟਲ ਹੈਲਥ ਦੀ, ਬੱਚੇ ਜੇ ਘਰਾਂ ਦੇ ਵਿੱਚ ਰਹਿੰਦੇ ਆ ਤਾਂ ਮੈਂਟਲ ਹੈਲਥ ਇਸ਼ੂ ਆ, ਬਾਹਰ ਜਾਂਦੇ ਆ ਜੇ ਸਕੂਲਾਂ ਦੇ ਵਿੱਚ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਕੋਵਿਡ ਹੋ ਸਕਦਾ, ਪਰ ਫਿਰ ਵੀ ਆਊਟਬ੍ਰੇਕ ਜਿਹੜੀਆਂ ਨੇ ਜ਼ਿਆਦਾ ਉਹ ਸਕੂਲਾਂ ਦੇ ਵਿੱਚ ਉਦੋਂ ਹੀ ਆਉਂਦੀਆਂ ਜੇ ਸੋਸ਼ਲੀ ਉਹ ਗੈਦਰਿੰਗ ਕਰਦੇ ਨੇ। ਮੈਂ ਇਹੀ ਤਾਂ ਕਹਿਣਾ ਆ, ਲੋਕ ਜਿਹੜੇ ਕਹਿ ਦਿੰਦੇ ਆ ਨਹੀਂ ਸਕੂਲਾਂ ਦੇ ਵਿੱਚ ਹੀ ਫੈਲਦਾ ਆ, ਪਰ ਅਸੀਂ ਉਦੋਂ ਨਹੀਂ ਸੋਚੀਦਾ ਜਦੋਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਵੱਡੀਆਂ ਪਾਰਟੀਆਂ ਨੂੰ ਕਰਨ ਨੂੰ ਤੁਰ ਪਈਦਾ ਆ, ਜਾਂ ਕਿਸੇ ਦੇ ਘਰਾਂ ਨੂੰ ਤੁਰ ਪਈਦਾ ਆ ਵੀ ਉੱਥੇ ਵੀ ਕਾਫੀ ਗੈਦਰਿੰਗਸ ਹੋਣ, ਜਾਂ ਅਸੀਂ ਬੱਚਿਆਂ ਨੂੰ ਬਾਹਰ ਲੈ ਕੇ ਜਾਈਦਾ, ਉਦੋਂ ਅਸੀਂ ਪ੍ਰੋਟੋਕਾਲਸ ਨਹੀਂ ਫੋਲੋ ਕਰੀਦੇ। ਆਪਾਂ ਨੂੰ ਪਤਾ ਹੈਗਾ ਵੀ ਇਹ ਨਹੀਂ, ਕੋਈ ਕਹਿ ਨਹੀਂ ਸਕਦਾ ਵੀ ਸਕੂਲਾਂ ਵਿੱਚ ਨਹੀਂ ਫੈਲਦਾ, ਸਕੂਲਾਂ ਵਿੱਚ ਵੀ ਫੈਲਦਾ ਆ, ਪਰ ਫਿਰ ਵੀ ਉਹਨਾਂ ਸਕੂਲਾਂ ਦੇ ਵਿੱਚ ਬੱਚੇ ਪ੍ਰੋਟੋਕਾਲਸ ਫੋਲੋ ਕਰ ਰਹੇ ਆ, ਸੀਟਸ ਬੈਠੇ ਆ, ਥੋੜੀ ਲਿਮਿਟ ਸੁਪਰਵਿਜ਼ਨ ਹੈਗੀ ਆ। ਤੇ ਕਈ ਬੱਚੇ ਜਦੋਂ ਸਕੂਲ ਬੰਦ ਸੀਗੇ ਉਹਨਾਂ ਉੱਪਰ ਸੁਪਰਵਿਜ਼ਨ ਵੀ ਹੈ ਨਹੀਂ ਸੀ ਜੀ, ਉਹ ਗੈਦਰਿੰਗ ਫਿਰ ਵੀ ਕਰਦੇ ਸੀ। ਸੋ ਇਟ ਇਜ਼ ਟਫ। ਮੈਂ ਸਮਝਦੀ ਹਾਂ ਜਿਹੜੇ ਪੇਰੈਂਟਸ ਵੀ ਕਹਿੰਦੇ ਵੀ ਸਾਨੂੰ ਡਰ ਲੱਗਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਹਾਲੇ ਨਹੀਂ ਭੇਜਣਾ, ਉਹਨਾਂ ਦਾ ਹੱਕ ਆ, ਆਪਣੀ ਆਪ ਨੂੰ ਤਸੱਲੀ ਦੇਵੋ। ਪਰ ਮੈਜੋਰਿਟੀ ਆਫ ਪੇਰੈਂਟਸ ਤਾਂ ਇਹੀ ਕਹਿੰਦੇ ਆ ਵੀ ਜਿਹੜਾ ਫਰਕ ਅਸੀਂ ਆਪਣੇ ਬੱਚੇ ਵਿੱਚ ਦੇਖਿਆ ਆ ਜਦੋਂ ਸਕੂਲ 'ਚ ਨਹੀਂ ਜਾਂਦੇ ਸੀਗੇ, ਵੀ ਅਸੀਂ ਬਾਜਵੇ ਦੇ ਪਛਾਣ ਵੀ ਨਹੀਂ ਸਕਦੇ ਸਾਡਾ ਉਹੀ ਬੱਚਾ ਆ ਜਿਹੜਾ ਖਿਲਿਆ ਹੁੰਦਾ ਸੀਗਾ ਤੇ ਹੁਣ ਮਹਿਸੂਸ ਜਿਹਾ ਹੋ ਕੇ ਬੈਠ ਗਿਆ। ਤੇ ਇੱਕ ਜਦੋਂ ਘਰ ਹੁੰਦੇ ਆ ਉਹਨਾਂ ਦਾ ਮੋਸਟ ਸੋਸ਼ਲ ਇੰਟਰੈਕਸ਼ਨ ਹੁੰਦਾ ਆ ਸੋਸ਼ਲ ਮੀਡੀਆ ਦੇ ਨਾਲ। ਮੈਂ ਸਾਰਿਆਂ ਦੇ ਮੋਹਰੇ ਬੇਨਤੀ ਕਰਦੀ ਹਾਂ, ਬਹੁਤ ਸੌਖਾ ਹੈਗਾ ਆ ਬੱਚੇ ਨੂੰ ਆਈਫੋਨ ਦੇਣਾ ਜਾਂ ਟੈਬਲੇਟ ਦੇਣੀ, ਪਰ ਉਹਦੇ ਉੱਪਰ ਨਜ਼ਰ ਰੱਖਣ ਦਾ ਪੇਰੈਂਟਸ ਦੀ ਸਖਤ ਜ਼ਰੂਰਤ ਹੈਗੀ ਆ। ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਬੱਚੇ ਕੀ ਦੇਖਦੇ ਆ, ਕਿਸ ਤਰ੍ਹਾਂ ਦੀਆਂ ਗੇਮਾਂ ਖੇਡਦੇ ਆ। ਬਿਲਕੁਲ, ਉਹ ਟੈਕਨੋਲੋਜੀ ਨਹੀਂ ਮਾੜੀ, ਪਰ ਜੇ ਅਸੀਂ ਆਪਣਾ ਫਰਜ਼ ਨਾ ਪੂਰਾ ਕਰੀਏ
ਫਿਰ ਇਹ ਪੇਰੈਂਟਸ ਦਾ ਕਸੂਰ ਆ ਵੀ ਅਸੀਂ ਨਹੀਂ ਸੋਚ ਰਹੇ ਵੀ ਸਾਡਾ ਬੱਚਾ ਕੀ ਕਰ ਰਿਹਾ। ਸਾਨੂੰ ਪਤਾ ਹੋਣਾ ਚਾਹੀਦਾ ਆ, ਤੇ ਜੇ ਅਸੀਂ ਕੋਈ ਲਿਮਿਟਸ ਪਾ ਸਕੀਏ ਨਿੱਕੇ ਬੱਚਿਆਂ ਜੀ, ਲਈ, ਜੀ। ਸਾਨੂੰ ਜ਼ਰੂਰ ਉਹ ਫਿਲਟਰ ਪਾਉਣੇ ਚਾਹੀਦੇ ਆ ਮੀਡੀਆ ਦੇ ਵਿੱਚ। ਬਿਲਕੁਲ। ਸੋ ਜਿਹਨੀ ਜਿੱਥੇ ਪੇਰੈਂਟਸ ਦਾ ਕਲੈਕਟਿਵਲੀ ਰੋਲ ਹੈਗਾ, ਉੱਥੇ ਸਾਰੀ ਸੁਸਾਇਟੀ ਦਾ ਵੀ ਰੋਲ ਬਣ ਜਾਂਦਾ, ਸਾਰਿਆਂ ਦਾ ਰੋਲ ਬਣ ਜਾਂਦਾ। ਪਰ ਨਾਲ ਜਦੋਂ ਅਸੀਂ ਗੱਲ ਕਰਦੇ ਬਿਜ਼ਨੈਸਿਸ ਦੀ, ਬਿਜ਼ਨੈਸਿਸ ਦੇ ਉੱਤੇ ਕੋਵਿਡ ਦਾ ਬਹੁਤ ਵੱਡਾ ਇੰਪੈਕਟ ਪਿਆ। ਹੁਣ ਵਰਕਰ ਸ਼ਾਰਟੇਜ ਹੋ ਰਹੀਆਂ ਨੇ, ਹੁਣ ਬਹੁਤ ਜ਼ਿਆਦਾ ਵਰਕਰ ਜਿਹੜੇ ਨੇ ਉਹ ਕੰਮਾਂ ਤੋਂ ਜਾ ਰਹੇ ਨੇ, ਕਿਉਂਕਿ ਕੋਵਿਡ ਦਾ ਜਿਹੜਾ ਇਹ ਹੈ ਕਹਿੰਦੇ ਥੋੜੇ ਪੀਰੀਅਡ ਲਈ ਜਾ ਸਕਦੇ ਨੇ, ਪਰ ਫਿਰ ਵੀ ਕੰਮਾਂ ਦੇ ਉੱਤੇ ਜਿਹੜਾ ਹੈ ਉਹ ਇੰਪੈਕਟ ਪੈ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ? ਗ੍ਰਾਂਟ ਡਬਲ ਕੀਤੀ ਜਾ ਰਹੀ ਹੈ ਜੀ? ਅੱਜ ਅਨਾਉਂਸਮੈਂਟ ਹੋਇਆ ਵੀ ਜਿਹੜਾ ਗ੍ਰਾਂਟ ਪਹਿਲਾਂ ਅਨਾਉਂਸ ਕੀਤਾ ਸੀਗਾ ਪਿਛਲੇ 2-3 ਹਫ਼ਤੇ ਪਹਿਲਾਂ, ਜੀ ਵੀ ਉਹਨੂੰ ਡਬਲ ਕੀਤਾ ਜਾਣਾ ਆ, ਪਰ ਰੀਅਪਲਾਈ ਨਹੀਂ ਕਰਨਾ ਪੈਣਾ। ਓਕੇ। ਉਹ ਬਿਜ਼ਨੈਸਿਸ ਲਈ ਆ ਵੀ ਜਿਹੜਾ ਨੂੰ ਟੋਟਲ ਸ਼ਟਡਾਊਨ ਹੋ ਗਈ ਸੀਗੀ, ਤੇ ਬਾਕੀ ਜਿਨ੍ਹਾਂ ਦੀ ਵੀ ਉੱਪਰ ਇੰਪੈਕਟ ਪਈ ਆ ਉਹ ਵੀ ਅਪਲਾਈ ਕਰ ਸਕਦੇ ਆ, ਬਟ ਇਟਸ ਵੈਰੀ ਡੈਫੀਨਿਟਲੀ for those businesses that were shut down. ਦੇਖੋ ਜਿਮਸ ਨੂੰ ਹੁਣ ਖੁੱਲਣ ਨੂੰ ਇਜਾਜ਼ਤ ਦੇ ਦਿੱਤੀ ਹੈ, ਜੀ। ਬਟ ਇਹ ਨਹੀਂ ਵੀ ਜਿਮਸ ਅੱਗੇ ਤਰ੍ਹਾਂ ਵੀ ਤੁਸੀਂ ਪੂਰੀਆਂ ਕਲਾਸਾਂ ਚਲਾਵੋ, ਸਭ ਕੁਝ ਕਰੀ ਚੱਲੋ। ਇਟ ਇਜ਼ ਬਹੁਤ ਸਖਤ ਪ੍ਰੋਟੋਕਾਲਸ ਹੈਗੇ ਆ, ਉਹ ਫੋਲੋ ਕਰਨੇ ਪੈਣੇ ਆ, ਕਿਉਂਕਿ ਇਹ ਸਰਕਾਰ ਨੂੰ ਕੁਝ ਮਿਲਦਾ ਨਹੀਂ, ਇਹ ਪਾਬੰਦੀਆਂ ਲਾ ਕੇ ਉਹਨਾਂ ਨੂੰ ਸਮਝ ਤਕਲੀਫਾਂ ਸਹਿਣੀਆਂ ਪੈਂਦੀਆਂ ਆ। ਇਹ ਤਦ ਲਾਈਆਂ ਗਈਆਂ ਆ ਕਿਉਂਕਿ ਹਸਪੀਟਲਾਈਜੇਸ਼ਨ ਰੇਟਸ ਬਹੁਤ ਛੇਤੀ ਵੱਧ ਰਹੇ ਆ। ਅਸੀਂ ਕਵੈਕ ਵੱਲ ਦੇਖੀਏ, ਓਨਟਾਰੀਓ ਵੱਲ ਦੇਖੀਏ, PEI ਜਿਨ੍ਹਾਂ ਨੇ ਪਹਿਲਾਂ ਕੋਈ ਫਿਕਰ ਹੈ ਨਹੀਂ ਸੀਗਾ, ਹੁਣ ਉੱਥੇ ਵੀ ਫਿਕਰ ਪੈ ਗਿਆ ਆ, ਬਿਕਾਜ਼ ਓਮਿਕਰੋਨ ਇਸ ਤਰੀਕੇ ਨਾਲ ਫੈਲ ਰਿਹਾ ਹੈ। ਤੇ ਇਸ ਕਰਕੇ ਕੰਟਰੋਲ ਕਰ ਰਹੇ ਆ ਵੀ ਇਹ ਜਿਹੜਾ ਵੱਧ ਰਿਹਾ ਆ ਵੀ ਇੰਨਾ ਛੇਤੀ ਨਾ ਫੈਲੇ ਵੀ ਸਾਡੀ ਹਸਪੀਟਲ ਸਿਸਟਮ ਖਲਾਪਸ ਹੋ ਜਾਵੇ ਜੀ। ਇੱਕ ਦੇਖੋ ਆਪਾਂ ਕਿੰਨੇ ਅੱਕ ਗਏ ਆ, ਤੁਸੀਂ ਉਹਨਾਂ ਦਾ ਸੋਚੋ ਜਿਹੜੇ ਫਰੰਟ ਲਾਈਨ ਵਰਕਰਸ ਹੈਗੇ, ਜਿਹੜੇ ਹਸਪਤਾਲਾਂ ਦੇ ਵਿੱਚ ਕੰਮ ਕਰਦੇ, ਸਾਡੀ ਬਜ਼ੁਰਗਾਂ ਦੀ ਦੇਖਭਾਲ ਕਰਦੇ ਆ, ਹੁਣ ਉਹ ਵੀ ਬਿਮਾਰ ਹੋ ਰਹੇ ਆ। ਜਦੋਂ ਉਹ ਬਿਮਾਰ ਹੋ ਜਾਂਦੇ ਆ ਤਾਂ ਫਿਰ ਸ਼ੋਰਟੇਜ ਆਫ ਸਟਾਫ ਆ ਜਾਂਦਾ ਆ। ਸੋ ਉਹ ਸ਼ੋਰਟੇਜ ਆਫ ਸਟਾਫ ਦਾ ਫਿਰ ਸਾਰਿਆਂ ਤੇ ਅਸਰ ਪੈਂਦਾ ਆ। ਸੋ ਬਹੁਤ ਕੁਝ ਸਰਕਾਰ ਕਰ ਰਹੀ ਆ, ਇਸ ਕਰਕੇ ਕਈ ਸਰਜਰੀਜ਼ ਵੀ ਹੁਣ ਡਿਲੇਡ ਕਰ ਦਿੱਤੀਆਂ ਆ। ਜੋ ਲੋਕ ਘਰ ਜਾ ਸਕਦੇ ਸੀਗੇ ਉਹਨਾਂ ਨੂੰ ਘਰ ਵੀ ਭੇਜ ਦਿੱਤਾ ਗਿਆ ਆ, ਕਿਉਂਕਿ ਜਿਹੜੀ ਨਰਸਿੰਗ ਸਟਾਫ ਆ, ਜਿਹੜੀ ਕੰਮ ਕਰਦੇ ਜਿਹੜੇ ਸਾਡੇ ਉੱਥੇ ਹਸਪਤਾਲਸ ਦੇ ਵਿੱਚ, ਜੀ, ਉਹਨਾਂ ਦੀ ਦੇਖਭਾਲ ਕਰਨ ਨੂੰ ਬਹੁਤ ਹੀ ਜ਼ਰੂਰੀ ਹੈਗੀ ਹੈ। ਜੀ ਬਿਲਕੁਲ। ਤੇ ਵਰਕਰਸ ਜਿਵੇਂ ਅਸੀਂ ਦੇਖਿਆ ਕਿ ਘਟ ਰਹੇ ਨੇ, ਬਹੁਤ ਸਾਰੇ ਵਰਕਰ ਜਿਹੜੇ ਨੇ ਘਰਾਂ ਦੇ ਵਿੱਚ ਨੇ, ਚਾਹੇ ਮਦਦ ਮਿਲ ਰਹੀ ਹੈ, ਚਾਹੇ ਫੈਡਰਲ ਸਰਕਾਰ ਦੇ ਵੱਲੋਂ ਮਦਦ ਮਿਲ ਰਹੀ ਹੈ, ਚਾਹੇ ਉਹ ਪ੍ਰੋਵਿੰਸ ਦੇ ਵੱਲੋਂ ਮਦਦ ਮਿਲ ਰਹੀ ਹੈ, ਪਰ ਫਿਰ ਵੀ ਜਿਹੜੀਆਂ ਜੌਬਸ ਨੇ ਉਹਨਾਂ ਤੇ ਕਿਤੇ ਨਾ ਕਿਤੇ ਇੰਪੈਕਟ ਹੈਗਾ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਟਾਈਮ ਲੱਗ ਜੂਗਾ ਇਹ ਰਿਕਵਰੀ ਦੇ ਲਈ? ਦੇਖੋ ਮੈਂ ਤਾਂ ਸੋਚਦੀ ਸੀ ਕਿ ਜਦੋਂ ਵਾਇਰਸ ਪਹਿਲਾਂ ਆਇਆ ਵੀ 3-4 ਮਹੀਨੇ ਵਿੱਚ ਸਭ ਕੁਝ ਫੇਰ ਸਹੀ ਸਲਾਮਤ ਹੋ ਜਾਊਗਾ, ਪਰ ਹੁਣ ਤਾਂ ਆਪਾਂ ਨੂੰ 2 ਸਾਲ ਹੋ ਗਏ ਆ। ਹੁਣ ਸਾਰੇ, ਮੈਂ ਡਾਕਟਰ ਹੈ ਨਹੀਂ ਗੀ, ਪਰ ਜਿਹੜੇ ਸਪੈਸ਼ਲਿਸਟ ਹੈਗੇ ਉਹ ਕਹਿੰਦੇ ਆ that maybe we've reached the peak and maybe things will start normalizing again. ਦੇਖੋ ਜਿਹੜੇ ਲੋਕ ਘਰ ਬੈਠੇ ਇਸ ਵਕਤ ਕਰਕੇ ਬਿਮਾਰ ਆ, ਉਹਨਾਂ ਨੂੰ ਕੋਵਿਡ ਹੋ ਗਿਆ ਜਾਂ ਆਈਸੋਲੇਟ ਕਰਨਾ ਪੈਂਦਾ 10 ਦਿਨਾਂ ਲਈ, ਉਹਨਾਂ ਲਈ ਤਾਂ ਹੁਣ ਮੁਸ਼ਕਲਾਂ ਹੈਗੀਆਂ ਆ। ਉਹ ਫਿਰ ਕੰਮ ਜਿੱਥੇ ਕੰਮ ਆ ਉਹਨਾਂ ਲਈ ਵੀ ਮੁਸ਼ਕਲਾਂ ਆ ਜਾਂਦੀਆਂ ਆ। ਸੋ ਦਿਸ ਇਜ਼ ਸਮਥਿੰਗ ਸਰਕਾਰਾਂ ਨੂੰ ਮੋਨੀਟਰ ਵੀ ਕਰਨਾ ਪੈਣਾ ਆ, ਪਰ ਹਾਲੇ ਪੈਨਿਕ ਹੋਣ ਦੀ ਵੀ ਲੋੜ ਹੈ ਨਹੀਂਗੀ, ਕਿਉਂਕਿ ਆਪਾਂ ਬੇਸ਼ੱਕ ਦੀ ਨੰਬਰ ਵੱਧ ਰਹੇ ਆ, ਜਿਹੜੇ ਹਸਪਤਾਲ ਦੇ ਵਿੱਚ ਨੰਬਰ ਉਹ ਵੀ ਵੱਧ ਰਹੇ ਆ, ਬਟ we can still see a light at the end of the tunnel. ਜਿਨੀ ਜੇ ਅਸੀਂ ਨਾਰਮਲ ਗੱਲ ਕਰੀਏ, ਜੇ ਅਸੀਂ ਇੱਕ ਐਗਜ਼ਾਮਪਲ ਦੇਖੀਏ, ਉਹਦੇ ਵਿੱਚ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਰੀ ਕਰਨਾ ਬੰਦ ਵੀ ਕਰ ਦਿੱਤਾ ਉਹਨਾਂ ਨੇ। ਉਹ ਕਹਿੰਦੇ ਆ ਕਿ ਚਲੋ ਕੋਈ ਨਹੀਂ, ਨਾਰਮਲ ਫਲੂ ਹੈ, ਪਰ ਤੁਸੀਂ ਕੰਮ ਕਰਨਾ ਜਾਰੀ ਰੱਖੋ, ਜਾਂ ਰੈਪਿਡ ਕਿਟਸ ਨਹੀਂ ਉਹਨਾਂ ਨੂੰ ਮਿਲ ਰਹੀਆਂ। ਸੋ ਇਹ ਬੜੀ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ। ਤੁਹਾਨੂੰ ਕੀ ਲੱਗਦਾ ਕਿ ਰੈਪਿਡ ਕਿਟਸ ਅਵੇਲੇਬਲ ਕਦੋਂ ਤੱਕ ਹੋ ਜਾਣਗੀਆਂ? ਕਿ ਇਹ ਫੈਡਰਲ ਸਰਕਾਰ ਦੇ ਵੱਲੋਂ ਡਿਲੇ ਹੈਗਾ ਆ, ਜਾਂ ਰੈਪਿਡ ਕਿਟਸ ਅਵੇਲੇਬਲ ਹੈਗੀਆਂ ਨੇ, ਪਰ ਫਿਰ ਵੀ ਅਸੀਂ ਕਿਤੇ ਬਹੁਤੀ ਤਰਜੀਹ ਨਹੀਂ ਦਿੰਦੇ ਕਿ ਜੇ ਨਾਰਮਲ ਫਲੂ ਆ ਚਲੋ ਠੀਕ ਹੈ 1-2 ਦਿਨ ਘਰ ਰਹੋ, ਜਾਂ ਫਿਰ ਕੰਮ ਤੇ ਜਾਓ, ਕੁਛ ਨਹੀਂ ਹੁੰਦਾ, ਮਾਸਕ ਪਾ ਕੇ ਰੱਖੋ? ਦੇਖੋ ਜਿਹੜਾ ਰੈਪਿਡ ਟੈਸਟ ਹੈਗਾ ਆ, ਇਟ ਹੈਜ਼ ਲਿਮਿਟਿਡ ਯੂਸੇਜ। ਜੇ ਤੁਹਾਡੇ ਕੋਲ ਪੂਰੀ ਤਰ੍ਹਾਂ ਸਿੰਪਟਮਸ ਹੈਗੇ ਆ ਐਂਡ ਯੂ ਹੈਵਿੰਗ ਰੈਸਪੀਰੇਟਰੀ ਪ੍ਰੋਬਲਮਸ, ਯੂ ਨੀਡ ਟੂ ਗੋ ਐਂਡ ਗੈਟ ਅ PCR ਟੈਸਟ ਡਨ, ਰਾਈਟ? ਇਹ ਨਹੀਂ ਵੀ ਤੁਸੀਂ ਘਰੇ ਹੀ ਬੈਠੇ ਰਹੋ, ਉਹ ਫਲੂ ਹੀ ਆ। ਇਫ ਯੂ ਬਿਗਿਨਿੰਗ ਟੂ ਗੈਟ ਸਮ ਆਫ ਦੋਜ਼ ਸੀਰੀਅਸ ਸਾਈਨਸ, please go and get tested and go to the hospital. That's what I'm going to say. Secondly, ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਥਕੇਮਾ ਜਿਹਾ ਹੋਇਆ ਜਾਂ ਹੈਡ ਕੋਲਡ ਵਾਂਗੂ ਹੈਗਾ ਆ, ਫਿਰ ਤੁਸੀਂ ਪਰਹੇਜ਼ ਰੱਖੋ, ਮਾਸਕ ਪਹਿਨ ਕੇ ਰੱਖੋ, ਘਰ ਰਹੋ। ਦੇਖੋ ਕੋਈ ਨਹੀਂ ਘਰ ਵਿਹਲਾ ਬੈਠਣਾ ਚਾਹੁੰਦਾ, ਬਹੁਤ ਘੱਟ ਲੋਕ ਹੈਗੇ ਜਿਹੜੇ ਸੋਚਦੇ ਲਾ ਮੈਂ ਭੱਜ ਨਾਲ ਘਰ ਬੈਠ ਜਾਵਾਂ। ਮੈਨੂੰ ਪਤਾ ਘਰੋਂ ਕੰਮ ਕਰਨਾ ਕਿੰਨਾ ਮੁਸ਼ਕਲ ਹੈਗਾ ਆ, ਤੇ ਪਰ
ਕੱਲ ਬੈਕ ਕ੍ਰੀਕ ਪਾਰਕ ਦੇ ਵਿੱਚ ਜਿਹੜੇ ਆਪਣੇ ਆਹ ਰੈਪਿਡ ਟੈਸਟ ਵੰਡੇ ਗਏ ਜੀ, ਸੀਗੇ ਜੀ। ਪਰ ਇਹਨਾਂ ਦੀ ਯੂਸ ਵੀ ਸਟ੍ਰੈਟੇਜਿਕਲੀ ਕਰਨੀ ਪੈਣੀ ਆ। ਇੰਨੇ ਤਾਂ ਮਾਸਕ ਹੈ ਨਹੀਂਗੇ ਵੀ ਜਿੱਦਾਂ ਆਪਾਂ ਹਰੇਕ ਜਿਹੜੇ ਵੀ ਇਨਸਾਨ ਹੈਗਾ ਉਹਨਾਂ ਨੂੰ ਹਰੇਕ ਨੂੰ 4-4 5-5 ਦੇਈ ਚੱਲੀਏ। ਉਹ 4-5 ਤਾਂ ਉਹਨਾਂ ਨੂੰ 5 ਦਿਨਾਂ ਵਿੱਚ ਵਰਤ ਕੇ ਰੱਖ ਦੇਣੇ ਪਾਸੇ ਨੂੰ, ਰਾਈਟ ਕਰਕੇ ਜਦੋਂ ਲੋਕਾਂ ਦੇ ਕੋਲ ਘਰ ਹੋਣਗੇ ਫਿਰ ਹੁੰਦਾ ਵੀ ਅਸੀਂ ਟੈਸਟ ਕਰ ਲਈਏ ਜੀ, ਰਾਈਟ। ਪਰ ਇਹਨਾਂ ਨੂੰ ਵਰਤ ਰਹੇ ਆ ਜਿੱਥੇ ਲੋੜ ਹੈਗੀ ਆ ਫॉर ਫਰੰਟ ਲਾਈਨ ਹੈਲਥ ਵਰਕਰਸ। ਜੀ, ਜੀ। ਤੇ ਮੈਂ ਇੱਕ ਵਾਰੀ ਫੇਰ, ਮੈਂ ਡਾਕਟਰ ਹੈ ਨਹੀਂ, ਮੇਰੇ ਕੋਲ ਹੋਰ ਜੀ। ਐਕਸਪਰਟੀਜ਼ ਹੈਗੀ ਆ, ਇਸ ਕਰਕੇ ਇਹਦੀ ਗਾਈਡੈਂਸ ਵੀ ਡਾਕਟਰ ਬੋਨੀ ਹੌਨਰੀ ਤੋਂ ਹੀ ਲੈ ਸਕਦੇ ਆ ਜੀ, ਜੀ। ਵੀ ਉਹ ਜਿਸ ਤਰ੍ਹਾਂ ਐਡਮਿਨਿਸਟਰ ਡਿਕਸ ਜਿਸ ਤਰ੍ਹਾਂ ਉਹ ਰੋਲ ਆਊਟ ਕਰਨਗੇ। ਪਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਪਹਿਲਾਂ ਪ੍ਰਾਇੋਰਟੀ ਹੈਗੀ ਆ ਫॉर ਹੈਲਥ ਕੇਅਰ ਵਰਕਰਸ, ਜੀ। ਬਿਕੋਜ਼ ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਕਿਉਂਕਿ ਜੇ ਹੈਲਥ ਕੇਅਰ ਵਰਕਰਸ ਠੰਡ ਕਰਕੇ ਘਰ ਬੈਠ ਜਾਣਗੇ that's going to impact ਵੀ ਜਿਹੜੇ ਬਿਮਾਰ ਪਏ ਉਹਨਾਂ ਤੇ ਬਹੁਤ ਮਾੜਾ ਅਸਰ ਪੈਣਾ ਹੈ। ਹੈਲਥ ਕੇਅਰ ਵਰਕਰਸ ਦੀ ਜਦੋਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਉਹ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕੋਵਿਡ ਹੋ ਰਿਹਾ ਹੁਣ, ਪਰ ਨਾਲ ਉਹਨਾਂ ਦੇ ਵਿੱਚ ਮੈਂਟਲ ਹੈਲਥ ਦੇ ਇਸ਼ੂਜ਼ ਵੀ ਆ ਰਹੇ ਨੇ। ਹੁਣ ਉਹਨਾਂ ਦੇ ਵਿੱਚ ਆ ਰਹੇ ਨੇ ਤੇ ਆਮ ਲੋਕਾਂ ਦਾ ਵੀ ਤੁਸੀਂ ਸੋਚੋ, ਮੈਂਟਲ ਹੈਲਥ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ? ਦੇਖੋ ਕਾਫੀ ਮਨੀ ਇਨਵੈਸਟਮੈਂਟ ਕੀਤੀ ਗਈ ਹੈ। ਨਿਊ ਪ੍ਰੋਗਰਾਮਸ ਲਾਈਕ ਦ ਫਾਊਂਡਰੀ ਪ੍ਰੋਗਰਾਮ ਹੈਵ ਬੀਨ ਸਟਾਰਟ, ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਆ। ਆਨਲਾਈਨ ਜਾਵੋ COVID-19 BC Gov, ਉੱਥੇ ਤੁਹਾਨੂੰ ਪੂਰਾ ਸੈਕਸ਼ਨ ਮਿਲ ਜਾਂਦਾ ਔਨ ਮੈਂਟਲ ਹੈਲਥ ਸਰਵਿਸਿਜ਼ ਅਵੇਲੇਬਲ, ਸਪੋਰਟਸ ਅਵੇਲੇਬਲ। ਪਰ ਇਹਦਾ ਤਾਂ ਆਪਾਂ ਨੂੰ ਇੱਕ ਦੂਸਰੇ ਦਾ ਵੀ ਧਿਆਨ ਰੱਖਣਾ ਪੈਣਾ ਹੈ ਜੀ, ਕਰਕੇ ਜੇ ਆਪਾਂ ਨੂੰ ਲੱਗੇ ਵੀ ਸਾਡੇ ਜਿਹੜਾ ਜਾਣ ਪਛਾਣ ਹੈਗਾ ਬਹੁਤ ਹੀ ਇੰਟਰਨਲ ਜੇ ਹੋਣ ਲੱਗ ਪਏ ਆ ਜਾਂ ਅੱਗੇ ਵਾਂਗ ਉਹਨਾਂ ਦਾ ਸੁਭਾਅ ਹੈ ਨਹੀਂਗਾ, ਗੱਲਬਾਤ ਕਰੋ। ਤੇ ਆਪਾਂ ਨੂੰ ਵੀ ਥੋੜਾ, ਮੈਂ ਹਰੇਕ ਨੂੰ ਇਨਕਰੇਜ ਕਰਦੀ ਹੁੰਦੀ, ਘਰੋਂ ਬਾਹਰ ਨਿਕਲੋ, ਵੋਕ ਤੇ ਜਾਵੋ। ਜੇ ਤੁਸੀਂ ਨਹੀਂ ਸਹੀ ਫੀਲ ਕਰਦੇ ਉਦੋਂ ਜਾਵੋ ਜਦੋਂ ਲੋਕ ਵਾਲੇ ਨਹੀਂ ਹੁੰਦੇ, ਮਾਸਕ ਪਹਿਨ ਲਵੋ, ਫੋਨ ਤੇ ਗੱਲ ਕਰੋ, ਜ਼ੂਮ ਵੀ ਵਰਤ ਲਵੋ। ਜਿਹੜੇ ਸੋਸ਼ਲ ਕਨੈਕਸ਼ਨਸ ਹੈਗੇ ਆ ਉਹ ਸਾਨੂੰ ਬਹੁਤ ਕੁਛ, ਮੈਂ ਕਹਿੰਦੀ ਹੁੰਦੀ ਆ they feed us all। ਜੇ ਉਹ ਸਾਨੂੰ ਤਾਕਤ ਦਿੰਦੇ ਆ ਨਾ, ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਅਜਮਾਉਣਾ ਪੈਣਾ ਵੀ ਅਸੀਂ ਉਹਨਾਂ ਨੂੰ ਕਿੱਦਾਂ ਵਰਤ ਲਈਏ। ਜੀ, ਬਿਲਕੁਲ। ਸੋ ਫੋਨ ਤੇ ਵੀ ਗੱਲ ਕਰ ਸਕਦੇ ਆ, ਪਰ ਸਭ ਤੋਂ ਜ਼ਿਆਦਾ ਮੈਂ ਸੋਚਿਆ ਮੇਰੇ ਲਈ ਮਾਈ ਮੈਂਟਲ ਹੈਲਥ ਇਜ਼ ਗੋ ਫॉर ਅ ਵਾਕ। ਆਪਣਾ ਯੂ ਕਲੀਅਰ ਆਊਟ ਯੂਰ ਹੈਡ, ਉਹ ਜਿਹੜੀ ਨੈਗੇਟਿਵ ਥਿੰਕਿੰਗ ਵੀ ਚੱਲ ਜਾਂਦੀ ਹੈ। ਬਿਲਕੁਲ, ਅਸੀਂ ਤੁਹਾਡੇ ਦੇਖੀਆਂ ਆ, ਤੁਸੀਂ ਬਹੁਤ ਪੋਸਟ ਪਾਉਂਦੇ ਆ ਕਿ ਮਾਰਨਿੰਗ ਵਾਕ ਤੇ ਗਏ ਆ। ਸੋ ਵਾਕ ਜਿਹੜੀ ਹੈ ਜਾਂ ਆਪਣੇ ਆਪ ਨੂੰ ਧਿਆਨ ਦੇ ਵਿੱਚ ਰੱਖਣਾ, ਉਹ ਸਾਡੇ ਆਪ ਦੇ ਹੱਥ ਦੇ ਵਿੱਚ ਹੈ। ਸਰਕਾਰਾਂ ਉਦੋਂ ਹੀ ਮਦਦ ਕਰ ਸਕਦੀਆਂ ਨੇ ਸਿਰਫ ਤੇ ਸਿਰਫ ਉਹ ਫੰਡਿੰਗ ਅਵੇਲੇਬਲ ਕਰਵਾ ਸਕਦੀਆਂ ਨੇ, ਫੈਸਿਲਿਟੀਜ਼ ਅਵੇਲੇਬਲ ਕਰਵਾ ਸਕਦੀਆਂ ਨੇ, ਪਰ ਬਾਕੀ ਚੀਜ਼ਾਂ ਸਾਡੇ ਆਪਣੇ ਹੱਥ ਦੇ ਵਿੱਚ ਵੀ ਕੁਝ ਹੁੰਦੀਆਂ ਨੇ। ਪਰ ਸਾਡੇ ਹੱਥ ਦੇ ਵਿੱਚ ਨੈਚੁਰਲ ਡਿਜ਼ਾਸਟਰ ਨਹੀਂ ਹੁੰਦੇ, ਉਹਦੇ ਵਿੱਚੋਂ ਇੱਕ ਫਲੱਡ। ਅਸੀਂ ਗੱਲ ਕੀਤੀ ਐਮਰਜੈਂਸੀ ਚਾਹੇ ਹਟਾ ਦਿੱਤੀ ਗਈ ਹੈ, ਪਰ ਹਾਈਵੇ ਪਹਿਲਾਂ ਵਰਗੇ ਨਹੀਂ ਹੋਣੇ। ਸਪੀਡ ਲਿਮਿਟਸ ਹੋਣਗੀਆਂ, ਸਪੀਡ ਲਿਮਿਟਸ ਬਕਾਇਦਾ ਚੈੱਕ ਵੀ ਕੀਤੀਆਂ ਜਾਣਗੀਆਂ ਤੇ ਨਾਲ ਉਹਨਾਂ ਨੂੰ ਹੋਰ ਠੀਕ ਕਰਨਾ, ਹੋਰ ਕੰਮਕਾਜ ਜਿਹੜਾ ਜਾਰੀ ਹੈ। ਪਰ ਨਾਲ ਕੰਮਕਾਜ ਜਾਰੀ ਹੈ ਉਹਨਾਂ ਫਾਰਮਰਸ ਦੀ ਹੈਲਪ ਕਰਨ ਦਾ ਜਿਨ੍ਹਾਂ ਦੇ ਫਾਰਮ ਜਿਹੜੇ ਨੇ ਉਹ ਵਹਿ ਗਏ ਨੇ ਇਹਨਾਂ ਹੜ੍ਹਾਂ ਦੇ ਵਿੱਚ। ਹੁਣ ਜਦੋਂ ਗੱਲ ਆਉਂਦੀ ਹੈ ਨਾਰਮਲ ਕਿਸਾਨਾਂ ਦੀ, ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਇੰਨੀ ਮਦਦ ਨਹੀਂ ਮੁਹੱਈਆ ਕਰਵਾਈ ਜਾ ਰਹੀ, ਕਿਉਂਕਿ ਜਿਹੜਾ ਉਹਨਾਂ ਦੇ ਮਿੱਟੀ ਜਿਹੜੀ ਉਹਨਾਂ ਦੇ ਆ ਗਈ ਆ, ਉਹਨਾਂ ਦੇ ਫਾਰਮ ਦੇ ਵਿੱਚ ਆ ਗਈ ਆ, ਉਹਨਾਂ ਨੂੰ ਪਾਸੇ ਕਰਨਾ, ਕਿਉਂਕਿ ਉਹਨਾਂ ਦੇ ਘਰ ਦੱਬੇ ਗਏ ਆ। ਉਹਨਾਂ ਦੇ ਵਿੱਚੋਂ ਜਿਹੜੀਆਂ ਕਮਿਊਨਿਟੀ ਲੈਵਲ ਸਰਵਿਸਿਜ਼ ਹੈਗੀਆਂ ਨੇ, ਸਿੱਖ ਮੋਟਰਸਾਈਕਲ ਕਲੱਬ ਹੈ, ਉਹ ਸਾਰੇ ਅੱਗੇ ਆ ਕੇ ਹੈਲਪ ਕਰ ਰਹੇ ਨੇ। ਪਰ ਉਹ ਕਹਿੰਦੇ ਕਿ ਸਰਕਾਰ ਦੇ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ। ਕੀ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ? ਦੇਖੋ, ਸਰਕਾਰ ਜਦੋਂ ਨੈਚੁਰਲ ਡਿਜ਼ਾਸਟਰਸ ਹੁੰਦਾ ਹੈ, ਸਰਕਾਰ ਦਾ ਪਹਿਲਾ ਕੰਮ ਸੀਗਾ ਟੂ ਮੇਕ ਸ਼ੋਰ ਪੀਪਲ ਵਰ ਸੇਫ। ਜਿਹੜੇ ਲੋਕ ਉੱਥੇ ਸੀ ਉਹਨਾਂ ਨੂੰ ਇਵੈਕੂਏਟ ਕਰੋ, ਫਿਰ ਉਹਨਾਂ ਨੂੰ ਖਾਣਾ, ਹੈਲੀਕਾਪਟਰ ਵਰਤ ਕੇ ਵੀ ਗਵਰਨਮੈਂਟ ਨੇ ਖਾਣਾ ਵੀ ਡਿਲੀਵਰ ਕੀਤਾ ਸੀਗਾ। ਤੇ ਫਿਰ ਹੁੰਦੀ ਆ ਵੀ ਸਿਸਟਮ ਨੂੰ ਕਿੱਦਾਂ ਫਿਰ ਹੁਣ ਚਾਲੂ ਕਰੀਏ, ਵੀ ਕਿੱਦਾਂ ਸਫਾਈ ਹੋਣੀ ਆ, ਸਭ ਕੁਝ ਹੋਣਾ ਆ। ਫਰੰਟ ਮਨੀ ਵਾਸ ਮੇਡ ਅਵੇਲੇਬਲ ਟੂ ਹੈਲਪ ਪੀਪਲ, ਕਾਫੀ ਸੀਗਾ ਉਹਨਾਂ ਉਸ ਵਕਤ। ਤੇ ਫਿਰ ਜਿਹੜੀ ਫਾਰਮਸ ਆ ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਡਿਫਰੈਂਟ ਫਾਰਮਰਸ ਹੈਵ ਡਿਫਰੈਂਟ ਨੀਡਸ, ਉਹਨਾਂ ਦੀਆਂ ਡਿਫਰੈਂਟ ਜ਼ਰੂਰਤਾਂ ਹੁੰਦੀਆਂ ਆ। ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਨਾਲ ਜਿਹੜਾ ਐਗਰੀਕਲਚਰਲ ਮਿਨਿਸਟਰ ਲਾਨਾ ਪੋਪਮ ਹੈਗੀ ਆ, ਉਹਦਾ ਬਹੁਤ ਵਧੀਆ ਸੰਬੰਧ ਹੈਗੇ ਆ, ਉਹਨਾਂ ਦੇ ਨਾਲ ਕੰਮ ਕਰ ਰਹੀ ਆ। ਜੇ ਆਪਾਂ ਦੇਖੀਏ ਵੀ ਸਰਕਾਰ ਨੇ ਸਭ ਕੁਛ ਆ ਕੇ ਜੋ ਕੁਛ ਕੁਦਰਤ ਨੇ ਕੀਤਾ ਆ, ਵੀ ਸਰਕਾਰ ਸਭ ਕੁਛ ਆਪ ਕਰ ਸਕਦੀ ਆ, ਆਪਾਂ ਨੂੰ ਵੀ ਕਰਨਾ ਪੈਣਾ ਆ। ਸਰਕਾਰ ਵੀ ਮਦਦ ਕਰੂਗੀ ਤੇ ਜਿਹੜੇ ਸਾਡੇ ਆਸ-ਪਾਸ ਕਮਿਊਨਿਟੀ ਵਿੱਚ ਹੈਗੇ ਇੱਥੇ ਤੇ ਬਾਕੀ ਅਕ੍ਰੋਸ ਕੈਨੇਡਾ ਲੋਕਾਂ ਨੇ ਪੈਸਾ ਬਹੁਤ ਦਾਨ ਕੀਤਾ ਆ, ਉਹ ਵੀ ਲੋਕਾਂ ਦੇ ਉੱਪਰ ਹੀ ਵਰਤ ਹੋ ਰਿਹਾ ਆ। ਤੇ ਜਿਹੜੇ ਸਰਕਾਰ ਵੀ ਪੈਸੇ ਖਰਚਦੀ ਉਹ ਵੀ ਲੋਕਾਂ ਦੇ ਪੈਸੇ ਹੀ ਆ। ਉਹ ਸਰਕਾਰਾਂ ਦੇ ਕੋਈ ਡਿਫਰੈਂਟ ਖਜ਼ਾਨੇ 'ਚ ਨਹੀਂ ਹੁੰਦੇ, ਜਿਹੜੇ ਟੈਕਸ ਆਉਂਦੇ ਆ ਉਹਨਾਂ ਦੇ ਵਿੱਚੋਂ ਹੀ ਗਾਂ ਵਰਤ ਰਹੇ ਆ।
ਸੋ ਕਈ ਫਾਰਮਰਸ ਹੈਗੇ ਆ, ਮੈਂ ਵੀ 2-3 ਜਾਣੇ ਨਾਲ ਗੱਲ ਕੀਤੀ ਆ, ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਆ, ਤੁਹਾਡੇ ਕੋਲ ਆਰਗੇਨਾਈਜੇਸ਼ਨ ਜਿਹੜੇ ਹੈਗੇ ਆ, ਸਿਟ ਡਾਊਨ ਵਿਦ them, work out the system, meet with the minister ਆਪ ਉਹਨਾਂ ਦੇ ਨਾਲ ਮਿਲ ਰਹੀ ਆ, ਉਹਨਾਂ ਨੂੰ ਕਹਿਣ ਦੀ ਲੋੜ ਵੀ ਨਹੀਂ ਹੈਗੀ, ਤੇ ਐਂਡ ਦੈਨ ਲੈਟਸ ਮੂਵ ਫੋਰਵਰਡ। ਕਈਆਂ ਨੇ ਸਾਨੂੰ ਇਹ ਕਿਹਾ ਹੈ ਵੀ ਸਪਰਿੰਗ ਟਾਈਮ ਤੱਕ ਸਾਨੂੰ ਪਤਾ ਹੀ ਨਹੀਂ ਲੱਗਣਾ ਸਾਡੀ ਡੈਮੇਜ ਕਿੰਨੀ ਹੈ। ਬਿਲਕੁਲ। ਇੱਕ ਜਿਹੜੇ ਘਰ ਆ, ਆਪਾਂ ਆਬਟਸਫੋਰਡ ਦੀ ਜੇ ਗੱਲ ਕਰੀਏ, ਸੂਮਸ ਦੀ, ਉਸ ਇਲਾਕੇ ਦੇ ਵਿੱਚ ਕਈਆਂ ਕੋਲ ਇੰਸ਼ੋਰੈਂਸ ਹੈ ਨਹੀਂ ਸੀ, ਕਈਆਂ ਕੋਲ ਫਲੱਡ ਇੰਸ਼ੋਰੈਂਸ ਹੈ ਨਹੀਂ ਸੀ, ਉੱਦਾਂ ਇੰਸ਼ੋਰੈਂਸ ਸੀਗੀ, ਉਹ ਵੀ ਗਵਰਨਮੈਂਟ ਨੇ ਕਿਹਾ ਆ ਵੀ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਸੀਗੀ ਵੀ ਜਿੰਨੇ ਤੁਹਾਨੂੰ ਆਮ ਇੰਸ਼ੋਰੈਂਸ ਹੋਊਗਾ ਉੱਥੇ ਵੀ ਮਦਦ ਹੋਊਗੀ, ਪਰ ਜਿਨ੍ਹਾਂ ਲੋਕਾਂ ਕੋਲ ਬਿਲਕੁਲ ਇੰਸ਼ੋਰੈਂਸ ਹੈ ਨਹੀਂ ਸੀ ਉਹਨਾਂ ਦੇ ਲਈ ਗਵਰਨਮੈਂਟ ਲਿਮਿਟਿਡ ਕੰਮ ਕਰ ਸਕਦੀ ਹੈ। ਦੱਸਾਂ ਜੇ ਕਿਉਂਕਿ ਸਾਡਾ ਫਰਜ਼ ਬਣਦਾ ਹੁੰਦਾ ਵੀ ਅਸੀਂ ਇੰਸ਼ੋਰੈਂਸ ਲਈਏ। ਬਿਲਕੁਲ। ਕਈ ਘਰ ਬਣੇ ਸੀਗੇ ਵੀ ਜਿੱਥੇ ਉਹਨਾਂ ਨੂੰ ਰੈਜ਼ੀਡੈਂਸੀ ਪਰਮਿਟ ਵੀ ਨਹੀਂ ਸੀ ਮਿਲੇ, ਪਰ ਐਂਡ ਤੱਕ ਜਾ ਕੇ ਲੋਕਾਂ ਨੇ ਘਰ ਗਵਾਏ ਆ। ਇਸ ਕਰਕੇ ਸਰਕਾਰ ਜੋ ਕੁਝ ਕਰ ਸਕਦੀ ਆ ਕਰ ਰਹੀ ਆ, ਇੰਸ਼ੋਰੈਂਸ ਕੰਪਨੀਆਂ ਨਾਲ ਵੀ ਮਿਲ ਕੇ ਕੰਮ ਕਰ ਰਹੀ ਆ ਟੂ ਐਕਸਪੀਡਾਈਟ ਥਿੰਗਸ, ਐਂਡ ਨਾ ਸਰਕਾਰ ਨੇ ਅੱਗੇ ਪਿੱਛੇ ਹਟਿਆ ਨਾ ਐਤਕੀ ਪਿੱਛੇ ਹਟਣਾ ਆ। ਇਹ ਸਰਕਾਰ ਦੀ ਇਹ ਖੂਬੀ ਹੈਗੀ ਆ, ਬੇਸ਼ੱਕ ਦੀ ਇਨਸਾਨ ਇਕੱਲਾ ਹੋਵੇ, ਨੋਰਮਲ ਵਰਕਿੰਗ ਪੀਪਲ, ਫਾਰਮਰਸ ਹੋਣ, ਬਿਜ਼ਨਸ ਕਮਿਊਨਿਟੀ ਹੋਵੇ, ਸਾਰਿਆਂ ਦੀ ਮਦਦ ਕੀਤੀ ਆ ਤੇ ਇਹਨਾਂ ਨੇ ਕਰਦੇ ਹੀ ਰਹਿਣਾ। ਬਿਲਕੁਲ। ਸੋ ਜਿਹੜੇ ਫਾਰਮਰ ਹੈਗੇ ਆ ਉਹਨਾਂ ਨੂੰ ਇਹ ਇੱਥੋਂ ਮੈਸੇਜ ਅਸੀਂ ਦੇ ਸਕਦੇ ਹਾਂ ਕਿ ਜੇ ਉਹ ਲੱਗਦਾ ਉਹਨਾਂ ਨੂੰ ਕਿ ਮਦਦ ਨਹੀਂ ਮਿਲੀ ਤਾਂ ਜ਼ਰੂਰ ਕੰਟੈਕਟ ਕੀਤਾ ਜਾਵੇ ਆਰਗੇਨਾਈਜੇਸ਼ਨਸ ਦੇ ਨਾਲ, ਸਰਕਾਰ ਦੇ ਨਾਲ, ਤਾਂ ਕਿ ਮਦਦ ਜਿਹੜੀ ਹੈ ਬਣਦੀ ਮਦਦ ਮੁਹੱਈਆ ਕਰਵਾਈ ਜਾਵੇ। ਤੇ ਨਾਲ ਨਾਲ ਇੱਕ ਲੈਸਨ ਵੀ ਜਿਹੜਾ ਸਿੱਖਿਆ ਹੈ ਉਹਨਾਂ ਨੇ, ਜਿਹੜੇ ਕਿਸਾਨ ਜਿਨ੍ਹਾਂ ਨੇ ਇੰਸ਼ੋਰੈਂਸਸ ਨਹੀਂ ਸੀਗੀਆਂ ਜਾਂ ਜਿਨ੍ਹਾਂ ਦੇ ਕੋਲੇ ਪਰਮਿਟ ਨਹੀਂ ਸੀਗੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉੱਥੇ ਕੋਈ ਬਿਲਡ ਕਰ ਰਿਹਾ ਹੈ ਜਾਂ ਕੋਈ ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ, ਤਾਂ ਇੰਸ਼ੋਰੈਂਸ ਜਿਹੜਾ ਪ੍ਰੀ ਪਲਾਨ ਜਿਹੜਾ ਉਹ ਹੋਣਾ ਚਾਹੀਦਾ ਹੈ। ਸੋ ਇਹ ਚੀਜ਼ਾਂ ਸਾਨੂੰ ਸਿੱਖਣ ਨੂੰ ਵੀ ਮਿਲਦੀਆਂ ਤੇ ਸਰਕਾਰਾਂ ਕੰਮ ਕਰ ਰਹੀਆਂ ਨੇ। ਹੁਣ ਸਰਕਾਰ ਦੇ ਵੱਲੋਂ ਹੋਰ ਕੀ ਕੁਝ ਕੀਤਾ ਜਾ ਰਿਹਾ, ਕੀ ਮੈਸੇਜ ਆ ਅੱਜ ਦੇ ਲਈ ਵਿਊਅਰਸ ਨੂੰ? ਦੇਖੋ, ਇਸ ਵਕਤ ਟੂ ਰੀਸਟਾਰਟ ਦੀ ਇਕਨੋਮੀ ਇੱਕ ਸਭ ਤੋਂ ਨੰਬਰ 1 ਇਸ਼ੂ ਹੁੰਦਾ ਆ ਵੀ ਲੋਕਾਂ ਦੀ ਸੇਫਟੀ। ਆ ਜਿਹੜਾ ਆਪਣੇ ਕੋਲ ਹੈਲਥ ਪੈਂਡੈਮਿਕ ਹੈਗਾ ਆ, ਆਪਣੇ ਕੋਲ ਇੱਕ ਪੈਂਡੈਮਿਕ ਹੈ ਨਹੀਂ, ਆਪਣੇ ਕੋਲ 2 ਪੈਂਡੈਮਿਕ ਆ। ਇੱਕ ਹੈਗੀ ਆਪਣੀ ਕੋਵਿਡ, ਦੂਸਰੀ ਹੈਗੀ ਆ ਮੈਂਟਲ ਹੈਲਥ ਐਂਡ ਓਪੀਓਇਡ ਕ੍ਰਾਈਸਿਸ, ਉਹ ਵੀ ਪੈਂਡੈਮਿਕ ਹੀ ਹੋ ਗਈਆਂ ਆ। ਸੋ both of those are the major focus for the government right now. Ek hega recovery from natural disasters, from the heat dome when Lytton got destroyed, burnt down, and other areas got impacted, from the winds, the damage that happened there, and from the floods and then the snowstorms. So it's how do you rebuild in a way that is just for everybody. So big focus I would say since ਜਦੋਂ ਦੇ ਫਲੱਡ ਹੋਏ ਆ, ਦੇਖੋ ਕਿੰਨੀ ਜਲਦੀ ਦੇ ਨਾਲ ਖੋਖੀ ਹਾਲਾ is now open ਸਾਰਿਆਂ ਲਈ, ਕਿੰਨੀ ਜਲਦੀ ਦੇ ਨਾਲ। ਨਾਲੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਫਿਰ ਵੀ ਨਹੀਂ ਠੀਕ ਰਿਹਾ, ਸਨੋ ਵੀ ਬਹੁਤ ਪਈ ਆ, ਮੀਂਹ ਵੀ ਬਹੁਤ ਪਿਆ ਆ। ਸੋ ਗਵਰਨਮੈਂਟ ਉਹ ਵੀ ਕੰਮ ਕਰ ਰਹੀ ਆ, ਪਰ ਜਿਹੜੇ ਆਮ ਦੂਸਰੇ ਕੰਮ ਆ ਜਿੱਦਾਂ ਸਰੀ ਹਸਪੀਟਲ that is in process right now, ਉਹ ਵੀ ਆਪਣੇ ਇੱਥੇ ਫੋਰਟਮੈਨ ਬ੍ਰਿਜ ਵੀ, ਪਟਾਲੋ ਬ੍ਰਿਜ, ਉਹ ਵੀ ਸ਼ੁਰੂ ਹੋ ਗਈ ਆ। ਸੋ ਬਹੁਤ ਸਾਰੇ ਕੰਮ ਨਵੇਂ ਵੀ ਹੋ ਰਹੇ ਆ, ਪਰ ਜਿਹੜੀ ਰਿਕਵਰੀ ਆ, ਜਿਹੜੀ ਰੀਬਿਲਡਿੰਗ ਆ, ਉਹਦੇ ਤੇ ਬਹੁਤ ਸਾਰਾ ਸਰਕਾਰ ਨੂੰ ਨਜ਼ਰੀਆ ਰੱਖਣਾ ਪਿਆ ਆ। ਉੱਥੇ ਬਹੁਤ ਸਾਰੀ ਫੋਕਸ ਹੈਗੀ ਆ ਤੇ ਲੋਕ ਚਾਹੁੰਦੇ ਵੀ ਉੱਥੇ ਹੀ ਫੋਕਸ ਹੋਣ। ਤੇ ਮੈਨੂੰ ਪਤਾ ਬਹੁਤ ਸਾਰੇ ਲੋਕ ਜਦੋਂ ਇੰਨੀ ਸਾਡੀ ਇੱਥੇ ਸਨੋ ਆ ਗਈ ਨਾ, ਅਸੀਂ ਸੋਚਦੇ ਸੀ ਪਤਾ ਨਹੀਂ ਕੀ ਹੋ ਗਿਆ ਆ। ਹੁਣ ਅਸੀਂ ਟੋਰਾਂਟੋ ਵੱਲ ਨੂੰ ਦੇਖੀਦਾ ਤੇ ਉੱਥੇ ਇੱਕ ਦਿਨ ਦੇ ਵਿੱਚ ਇੰਨੀ ਸਨੋ ਪਈ, ਉਹਨਾਂ ਕੋਲ ਬੇਸ਼ੱਕ ਦੀ ਸਾਡੇ ਨਾਲੋਂ ਜ਼ਿਆਦਾ ਮਸ਼ੀਨਾਂ ਹੈਗੀਆਂ ਆ, ਉਹਨਾਂ ਕੋਲ ਫੇਰ ਨਹੀਂ ਹਾਲੇ ਤੱਕ ਚੁੱਕ ਰਹੀ। ਪਾਜੇ ਵੇਲੇ ਜਦੋਂ ਕੁਦਰਤ ਆਪਣਾ ਕਮਾਲ ਕਰਦੀ ਆ ਨਾ, ਉਦੋਂ ਅਸੀਂ ਸੋਚ ਲੈਂਦੇ ਆ ਵੀ ਇਹ ਵੀ ਸਰਕਾਰ ਦੇ ਹੱਥ ਹੀ ਆ ਵੀ ਇਹਨੂੰ ਰੋਕ ਕੇ ਦੂਸਰੇ ਦਿਨ ਹੀ ਸਭ ਕੁਝ ਸਾਫ਼ ਹੋ ਜਾਵੇ। ਇਟ ਟੇਕਸ ਟਾਈਮ। ਬਿਲਕੁਲ, ਇਹ ਸਾਨੂੰ ਵੀ ਥੋੜਾ ਐਕਸੈਪਟ ਕਰਨਾ ਪੈਣਾ ਆ। ਪਰ ਇੱਕ ਵਾਰੀ ਫੇਰ ਮੈਂ ਜ਼ਰੂਰ ਕਹੂੰਗੀ, ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਆ, ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਸਰੀ ਵਿੱਚ ਰਹਿੰਦੀ ਆ ਜਾਂ ਐਬਟਸਫੋਰਡ ਵਿੱਚ ਰਹਿੰਦੀ ਆ, ਜਿੱਥੇ ਮਰਜ਼ੀ ਹੈਗੇ ਆ, ਇਹ ਬਹੁਤ ਹੀ ਦਿਆਲੂ ਹੈਗੇ ਆ। ਜਦੋਂ ਕੋਈ ਵੀ ਕ੍ਰਾਈਸਿਸ ਆਵੇ, ਹੁਣ ਜਦੋਂ ਆਪਣੇ ਲੈ ਕੇ ਜਾਂਦੇ ਹੁੰਦੇ ਸੀਗੇ ਖਾਣਾ ਜਿਹੜੇ ਹੈਲੀਕਾਪਟਰ ਵਾਲੇ ਲੰਗੜੀ ਤੋਂ, ਉਹਨਾਂ ਨੂੰ ਕਿਹਾ ਵੀ ਗਿਆ ਸੀਗਾ ਵੀ ਗਵਰਨਮੈਂਟ ਹੈਲੀਕਾਪਟਰਸ ਆਲਰੇਡੀ ਲੈਂਡਡ ਐਂਡ ਇਟ ਵਾਸ ਅ ਬਿਗ ਮਿਲਟਰੀ helicopter, but that didn't stop them.
ਉਹਨਾਂ ਨੇ ਫੇਰ ਵੀ ਹਾਲੇ ਵੀ ਜਦੋਂ ਸਨੋ ਵੀ ਪਈ ਆ ਫੇਰ ਵੀ ਖਾਣਾ ਉੱਥੇ ਪਹੁੰਚਦਾ ਕਰਦੇ ਰਹੇ ਲੋਕਾਂ ਨੂੰ। ਇਹ ਬਹੁਤ ਵਧੀਆ ਗੱਲ ਹੈਗੀ ਆ ਜੀ। ਪਰ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਆ, ਆਪਾਂ ਨੂੰ ਲੌਂਗ ਟਰਮ ਸੋਲੂਸ਼ਨਸ ਚਾਹੀਦੇ ਆ। ਜੀ। ਪਰ ਆ ਜਿਹੜੀ ਕਲਾਈਮੇਟ ਚੇਂਜ ਆ ਨਾ, ਅਸੀਂ ਇਹ ਨਹੀਂ ਕਹਿ ਸਕਦੇ ਕੁਦਰਤ ਦੇ ਹੱਥ ਵਿੱਚ ਜੀ, ਆ, ਜੀ। ਕਲਾਈਮੇਟ ਚੇਂਜ ਇਨਸਾਨ ਦੇ ਹੱਥ ਵਿੱਚ ਆ। ਬਿਲਕੁਲ ਜੀ। ਸੋ ਇਹ ਹੈ ਕਿ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਇਹ ਸਾਲ ਹੈਗਾ, ਇਹ ਆ ਗਿਆ ਸਾਲ ਹੈ ਪਰ ਇਹਦੇ ਹਜੇ 11 ਮਹੀਨੇ ਰਹਿੰਦੇ ਆ। ਸੋ ਇਸ ਦੇ ਵਿੱਚ ਵਧੀਆ ਤਰੱਕੀ ਜਿਹੜੀ ਆ ਉਹ BC ਦੇ ਵੱਲੋਂ ਕੀਤੀ ਜਾਵੇ, ਇਕਨੋਮੀ ਰਿਕਵਰ ਹੋਵੇ ਤੇ ਸਾਰੇ ਜਿਹੜੇ ਆ ਉਹ ਵਧੀਆ ਤਰੀਕੇ ਦੇ ਰਹਿਣ। ਤੇ ਤੁਹਾਡੇ ਤੋਂ ਅਸੀਂ ਅਪਡੇਟ ਇਸੇ ਤਰ੍ਹਾਂ ਲੈਂਦੇ ਰਵਾਂਗੇ। ਅੱਜ ਦੀ ਇਨਫੋਰਮੇਸ਼ਨ ਦੇ ਲਈ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਵੈਰੀ ਮੱਚ। ਇਹਨਾਂ ਦਿਨਾਂ ਦੇ ਵਿੱਚ ਤਾਂ ਕਈਆਂ ਦੇ ਘਰਾਂ ਵਿੱਚ ਬੱਚੇ ਵੀ ਜਿਹੜੇ ਜੰਮੇ ਆ ਨਾ, ਉਹਨਾਂ ਨੂੰ ਵੀ ਕਈ ਪਰਿਵਾਰ ਮੈਂਬਰਾਂ ਨੇ ਹਾਲੇ ਤੱਕ ਦੇਖਿਆ ਵੀ ਨਹੀਂ ਹੈਗਾ ਨਾ। ਤੇ ਮੈਂ ਵੀ ਅਸੀਂ ਪਿਛਲੇ ਹਫਤੇ ਮੇਰੀ ਜਿਹੜੀ ਗ੍ਰੇਟ ਗ੍ਰੈਂਡਡਾਟਰ ਆ ਉਹਦਾ 5ਵਾਂ ਬਰਥਡੇ ਸੀਗਾ ਨਾ, ਤੇ ਸਿਰਫ ਇਮੀਡੀਏਟ ਫੈਮਿਲੀ ਨੇ, ਮੇਰੀ ਬੇਟੀ ਨੇ ਤਾਂ ਮੈਂ ਗਈ ਸੀਗੀ ਤਾਂ ਮੇਰਾ ਹਸਬੈਂਡ ਸੀ ਉੱਥੇ, ਅਸੀਂ ਬਸ ਉਹ ਸੈਲੀਬ੍ਰੇਟ ਕੀਤਾ। ਤੇ ਮੈਂ ਕਹਿੰਦੀ ਕਿੰਨਾ ਚਾਹ ਹੁੰਦਾ ਜਦੋਂ ਬੱਚਿਆਂ ਦਾ ਜਨਮ ਦਿਨ ਹੋਵੇ ਜਾਂ ਨਵਾਂ ਬੱਚਾ ਆਵੇ। ਸੋ ਕਮਿਊਨਿਟੀ ਨੇ ਬਹੁਤ ਸਾਰੀਆਂ ਐਡਜਸਟਮੈਂਟ ਕਰਨੀਆਂ ਪਈਆਂ ਆ। ਮੋਰੇ ਇੱਕੋ ਹੀ ਬੇਨਤੀ ਆ, ਜੇ ਤੁਹਾਡੇ ਵੈਕਸੀਨ ਨਹੀਂ ਲੱਗੀ, ਪਹਿਲੀ ਦੂਸਰੀ ਜਾਂ ਬੂਸਟਰ, ਪਲੀਜ਼ ਲਵਾ ਲਓ। ਤੇ ਜੇ ਲੱਗ ਗਈ ਆ, ਪਰਹੇਜ਼ ਰੱਖੋ, ਪ੍ਰੋਟੋਕਾਲਸ ਨੂੰ ਫੋਲੋ ਕਰੋ। ਥੋੜਾ ਹੋਰ ਵਕਤ ਉਮੀਦ ਕਰਦੇ ਵੀ ਥੋੜਾ ਹੋਰ ਵਕਤ ਦੇ ਵਿੱਚ ਸਭ ਕੁਝ ਸਹੀ ਹੋ ਜਾਊਗਾ। ਜੀ ਬਿਲਕੁਲ, ਥੈਂਕ ਯੂ ਸੋ ਮਚ Thank ਵਾਂਸ you ਅਗੇਨ। ਜੀ। ਬਿਲਕੁਲ। ਸੋ ਅੱਜ ਗੱਲਬਾਤ ਹੋਈ MLA ਜਿਨੀ ਸਿਮਸ ਦੇ ਨਾਲ, ਜਿਨ੍ਹਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸਰਕਾਰ ਆਪਣਾ ਕੰਮ ਕਰ ਰਹੀ ਹੈ, ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰੀਏ। ਥੋੜਾ ਜਿਹਾ ਟਾਈਮ ਹੋ ਰਿਹਾ ਤੇ ਇਹ ਟਾਈਮ ਵੀ ਲੰਘ ਜਾਵੇਗਾ। ਕਹਿੰਦੇ ਆ ਕਿ ਇੱਕ ਟਨਲ ਹੈ, ਟਨਲ ਤੋਂ ਬਾਅਦ ਲਾਈਟ ਜ਼ਰੂਰ ਹੁੰਦੀ ਹੈ। ਸੋ ਲਾਈਟ ਉਹ ਰੋਸ਼ਨੀ ਜ਼ਰੂਰ ਆਵੇਗੀ, ਪਰ ਥੋੜਾ ਜਿਹਾ ਸਾਨੂੰ ਪੇਸ਼ੈਂਸ ਰੱਖਣ ਦੀ ਲੋੜ ਹੈ। ਸਾਨੂੰ ਉਹ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਫੋਲੋ ਕਰਨ ਦੀ ਲੋੜ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਨਾਰਮਲ ਲਾਈਫ ਦੇ ਵਿੱਚ ਜ਼ਰੂਰ ਐਂਟਰ ਹੋਵਾਂਗੇ। ਤੇ ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।